तो असी ये देखा कि जे असी खुद का भी आह सिस्टम शुरू कर लीए, एक खुद की मार्केट प्लेस क्रिएट कर लीए जिहदे विच किसान भरा आके अपना समान दे सकन, तो असी आह एकम किसान का उपराला उही आ कि भी एक नवी मार्केट प्लेस क्रिएट की जा रही है। कि किसान भरावां नूं कह रहे हैं कि तुसी क्रॉप डाइवर्सीफाई करो, सिर्फ झोने तक ना सीमित रहो तो नाले कणक तक ना लो। ਇਹ ਦੇਖਿਆ कि तुसी जे क्रॉप डाइवर्सीफाई करते हैं, झोने तो बाहर निकलते हैं, असी तुहानूं जिहड़ा साडा प्रोजेक्शन है, असी 5 साल का पूरा प्लान बनाया कि सानूं किन्नी तेल चाहिदा, किन्नी दाल चाहिदी, किन्ना आटा चाहिदा, किन्ने मसाले चाहिदे आ, ते वो चीज़ां जे तुसी साडे कोल असी जिहड़ा हिसाब नाल तुहानूं दसदे आ, तुसी लाओ, असी गारंटी तुहानूं MSP देवांगे। ਹੁਣ ਇਹ ਹੈ ਕਿ ਵੀ ਸਮਾਨ ਤਾਂ ਅਸੀਂ ਲੈ ਲਿਆ, ਹੁਣ ਵੇਚਾਂਗੇ ਕਿੱਥੇ ਇਹਨੂੰ, ਕਿ ਇਹਦੇ ਕਰਕੇ ਅਸੀਂ ਦੇਖਿਆ ਕਿ ਵੀ ਹੁਣ ਆਪਾਂ ਖੁਦ ਦੇ ਚੈਨਲ ਕ੍ਰੀਏਟ ਕਰੀਏ, ਕਿੱਦਾਂ ਕਰਾਂਗੇ, ਤੇ ਅਸੀਂ ਆਪਣੀਆਂ ਖੁਦ ਦੀਆਂ ਦੁਕਾਨਾਂ ਪਾ ਰਹੇ ਹਾਂ। कई किसान भरा मैनू आके कहते कि असी ला तो देवांगे, क्रॉप डाइवर्सीफाई भी कर देवांगे, दूजी फसल भी ला देवांगे, बेचांगे कित्थे, सानू मार्केटिंग करनी नहीं आती। चाहे तुसी अमरीका बैठे हो, कनेडा बैठे, UK बैठे, इटली बैठे, कितने भी बैठे हैं, तुसी लोकल फार्मर नू सपोर्ट करो। खेती का दसवंध कड्ढण, मतलब कि आपदियां दालां, आपदियां जो भी जिहड़ी चीज़ वक्खरी जिहड़ी मार्केट चों खरीदनी खुद बीज के आप खा लैण, मतलब कि असीं एक वक्खरे बन्ने तुरीए। ਦਲਜੀਤ ਸਿੰਘ ਦੇ ਨਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਪ੍ਰਾਈਮ ਨਿਊਜ਼ ਤੇ ਇਸ ਵੇਲੇ ਅਸੀਂ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਾਵਾਂਗੇ ਤੁਹਾਨੂੰ, ਕਿਉਂਕਿ ਇਹ ਵੀ ਨਾਲ ਦੱਸ ਦਵਾਂ ਕਿ ਮੈਂ ਕਿਸੇ ਵੱਡੇ ਲੁਧਿਆਣੇ ਜਾਂ ਕਿਸੇ ਅੰਮ੍ਰਿਤਸਰ ਦੇ ਵੱਡੇ ਸ਼ੋਅਰੂਮ ਦੇ ਵਿੱਚ ਨਹੀਂ, ਇੱਕ ਆਮ ਕਿਸਾਨ ਦੇ ਘਰ ਦੇ ਵਿੱਚ ਮੌਜੂਦ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਘਰ ਦੇ ਵਿੱਚ ਹੀ ਸ਼ੋਅਰੂਮ ਦੇ ਵਾਂਗ ਜਿਹੜਾ ਹੈ ਚੱਕੀਆਂ ਲਗਾਈਆਂ ਹੋਈਆਂ ਨੇ, ਕੋਧਰੇ ਦਾ ਆਟਾ ਬਣਦਾ ਹੈ, ਕਾਲੀ ਕਣਕ ਦਾ ਆਟਾ ਬਣਦਾ ਹੈ, ਅਤੇ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਉਹ ਕੋਲੂ ਲਗਾ ਕੇ ਸਰੋਂ ਦਾ ਤੇਲ ਜਿਹੜਾ ਹੈ ਉਹ ਤਿਆਰ ਕਰਦੇ ਹਨ ਮਸ਼ੀਨਾਂ ਦੇ ਨਾਲ, ਅਤੇ ਪਿਓਰ 100% ਸ਼ੁੱਧਤਾ ਦੇ ਨਾਲ ਜਿਹੜਾ ਹੈ ਉਹ ਇਹ ਸਾਰੀਆਂ ਹੀ ਚੀਜ਼ਾਂ ਤਿਆਰ ਕਰਦੇ ਹਨ। ਏਕਮ ਕਿਸਾਨ ਜਿਨ੍ਹਾਂ ਨੇ ਆਪਣੀ ਉਸ ਫਰਮ ਦਾ ਨਾਮ ਰੱਖਿਆ ਹੈ। ਤਾਂ ਤੁਹਾਡੀ ਗੱਲਬਾਤ ਜਿਹੜੀ ਕਰਾਉਂਦੇ ਆ, ਇਸ ਵੇਲੇ ਕੁਹਾੜਕੇ ਦੇ ਵਿੱਚ ਮੌਜੂਦ ਹੈ, ਮਾਝੇ ਦੀ ਧਰਤੀ ਹੈ, ਜ਼ਿਲ੍ਹਾ ਤਰਨਤਾਰਨ ਹੈ। ਤਾਂ ਤੁਸੀਂ ਵੇਖ ਸਕਦੇ ਜੇ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਜਿਹੜੇ ਭਾਈਵਾਲ ਨੇ, ਜਿਹੜੇ ਨਾਲ ਉਹਨਾਂ ਦੇ ਕੰਮ ਕਰਨ ਦੇ ਵਾਸਤੇ ਭਾਈਵਾਲ ਨੇ, ਉਹ ਵੀ ਮੌਜੂਦ ਨੇ। ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮਨ ਦੇ ਵਿੱਚ ਇਹ ਫੁਰਨਾ ਫੁਰਿਆ ਤਾਂ ਕਿਸਾਨ ਜਿਹੜੇ ਨੇ ਤਰੱਕੀ ਦੀ ਰਾਹ ਵੱਲ ਤੁਰਨਗੇ। ਇਹ ਵੀਡੀਓ ਵੇਖ ਕੇ ਹੋਰ ਵੀ ਕਿਸਾਨ ਜਿਹੜੇ ਪ੍ਰੇਰਿਤ ਹੋਣ ਵਾਸਤੇ ਮੈਂ ਤੁਹਾਡੇ ਲਈ ਇਹ ਲੈ ਕੇ ਆਇਆ, ਤੇ ਬਣੇ ਰਹੋ ਸਾਡੇ ਨਾਲ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਜਿਹੜੀ ਆ ਕਰਾਂਗੇ, ਸਾਡੇ ਨਾਲ ਸਰ ਮੌਜੂਦ ਨੇ। ਸਰ ਆਪਣਾ ਨਾਮ ਦੱਸ ਕੇ शुरुआत करो जी। मेरा नाम कुलदीप सिंह आ, हाँ जी। एकम किसान, पिंड मेरा कुहाड़का। ਪਹਿਲਾਂ तो सब तो वीरां नूं सारिआं नूं
ਏਕਮ ਕਿਸਾਨ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਚਾਹਾਂਗਾ ਜਿੰਨੀਆਂ ਮਸ਼ੀਨਾਂ ਲੱਗੀਆਂ ਨੇ ਔਰ ਕੀ ਕੀ ਤਿਆਰ ਹੁੰਦਾ ਇੱਕ ਵਾਰ ਡਿਟੇਲ ਦੇ ਵਿੱਚ ਦੱਸ ਦਿੱਤਾ ਜਾਵੇ, ਔਰ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਵਾਂ ਕਿ ਕਿਸ ਤਰੀਕੇ ਦੇ ਨਾਲ ਕੋਈ ਤਾਂ ਸ਼ਹਿਰ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦਾ, ਮੈਂ ਜ਼ਰੂਰ ਇੱਥੇ ਪੁੱਛਣਾ ਚਾਹਾਂਗਾ ਕਿ ਤੁਸੀਂ ਘਰ ਦੇ ਵਿੱਚ ਪਿੰਡ ਦੇ ਵਿੱਚ ਹੀ ਇਹ ਪਲਾਂਟ ਲਗਾ ਦਿੱਤਾ ਜੀ, ਕਹਿ ਸਕਦੇ ਹਾਂਜੀ ਭਾਜੀ, ਦੇਖੋ ਫਸਲ ਤੇ ਪਿੰਡ 'ਚ ਖੇਤਾਂ 'ਚੋਂ ਨਿਕਲਦੀ ਆ, ਹਾਂਜੀ, ਤੇ ਖੇਤਾਂ 'ਚ ਚੁੱਕ ਕੇ ਸ਼ਹਿਰ 'ਚੋਂ ਖੜਨੀ ਆ, ਤੇ ਇਸ ਕਰਕੇ ਅਸੀਂ ਪਲਾਂਟ ਖੇਤਾਂ 'ਚ ਹੀ ਲਾਤਾ ਜੀ। ਹਾਂਜੀ ਹਾਂਜੀ। ਤੇ ਕਿਹੜੇ ਕਿਹੜੇ ਚੱਕੀਆਂ ਨੇ, ਕਿਸ ਤਰੀਕੇ ਦੇ ਨਾਲ ਕੀ ਕੀ ਤਿਆਰ ਹੁੰਦਾ, ਮੈਂ ਚਾਹਾਂਗਾ ਇੱਕ ਇੱਕ ਕਰਕੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ। ਮੇਰੇ ਕੋਲ ਵੀਰ ਜੀ ਇੱਕ ਚੱਕੀ ਆ ਜਿਹਦੇ 'ਤੇ ਮੈਂ ਠੰਡਾ ਆਟਾ, ਵੇਸਣ, ਕਾਲੀ ਕਣਕ ਦਾ ਆਟਾ, ਮਕਈ ਦਾ ਆਟਾ, ਹੋਰ ਦੂਜੇ ਆਟੇ ਜਿੱਦਾਂ ਕੋਦਰਾ, ਕੰਗਣੀ, ਸਾਰੇ ਆਟੇ ਅਸੀਂ ਤਿਆਰ ਕਰਦੇ ਹਾਂ ਉਹਦੇ 'ਤੇ। ਪਰ ਇਹ ਸਾਰੇ ਕੋਲਡ ਪ੍ਰੈਸ ਮੈਥਡ ਹੈ ਜੀ। ਜਿੱਦਾਂ ਆਮ ਚੱਕੀ ਆ 1 ਘੰਟੇ ਦੇ ਵਿੱਚ 1 ਕੁਇੰਟਲ ਆਟਾ ਕੱਢਦੀ ਆ, ਸਾਡੀ ਜਿਹੜੀ ਚੱਕੀ ਆ ਇਹ ਬੜੇ RPM ਸਲੋ ਕੀਤੇ ਆ, ਸਪੀਡ ਘੱਟ ਆ, 1 ਘੰਟੇ 'ਚ ਸਿਰਫ 35 ਕਿਲੋ ਆਟਾ ਕੱਢਦੀ ਆ। ਕਾਲੀ ਕਣਕ ਦਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਇੱਧਰ, ਔਰ ਨਾਲ ਹੀ ਤੇਲ ਬਾਰੇ ਮੈਂ ਪੁੱਛਣਾ ਚਾਹਾਂਗਾ ਕਿ ਦੂਸਰਿਆਂ ਤੇਲਾਂ ਵਿੱਚ ਤੇ ਇਸ ਜਿਹੜਾ ਤੁਸੀਂ ਬਣਾਉਂਦੇ ਹੋ ਘਰ ਦੇ ਵਿੱਚ ਫਰਕ ਕੀ ਹੁੰਦਾ ਜੀ? ਦੇਖੋ ਵੀਰ ਜੀ, ਜਿਹੜਾ ਸਾਡਾ ਤੇਲ ਹੈ ਇਹ ਲੱਕੜ ਦੇ ਕੋਲੂ ਦਾ ਤੇਲ ਆ। ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾ ਵੀ ਘਣੀ ਪਾਈ ਇੱਕ, ਤੇ ਉਹ ਲੱਕੜ ਦੇ ਕੋਲੂ ਬਲਦਾਂ ਨਾਲ ਚੱਲਦੇ ਹੁੰਦੇ ਸੀ। ਇਹ ਅਸੀਂ ਹੈ ਲੱਕੜ ਦਾ ਕੋਲੂ ਹੀ ਆ, ਮਗਰ ਅਸੀਂ ਮਸ਼ੀਨ 'ਤੇ ਇਹਨੂੰ ਫਿੱਟ ਕੀਤਾ ਵਾ, ਤੇ ਇੱਕ ਟਾਈਮ ਦੇ ਉੱਤੇ 15 ਕਿਲੋ ਸਰੋਂ ਦੇ ਵਿੱਚੋਂ 3 ਤੋਂ ਸਵਾ 3 ਲੀਟਰ ਤੇਲ ਨਿਕਲਦਾ ਵਾ, ਤੇ ਇੱਕ ਹੀ ਵਾਰ ਉਹਨੂੰ ਭਾਜੀ ਪਾਈਦਾ ਵਾ। ਇਕੱਲੀ ਮਤਲਬ ਕਿ ਜਿਹੜੀ ਸਾਡੀ ਖਲ ਆ, ਜੇ ਉਹ 12 ਕਿਲੋ ਖਲ ਬਚਦੀ ਆ, ਤੇ ਉਹਦੇ ਵਿੱਚੋਂ 1.5 ਤੋਂ 2 ਕਿਲੋ ਤੇਲ ਨਿਕਲ ਆਉਂਦਾ ਜੀ। ਫਿਰ ਜੇ ਅਸੀਂ ਲੋਹੇ ਦੇ ਕੋਲੂ 'ਤੇ ਵੀ ਖੜ ਕੇ ਉਹਦਾ ਐਕਸਪੈਰੀਮੈਂਟ ਕਰਕੇ ਵੇਖ ਚੁੱਕੇ ਹਾਂ। ਕਾਲੀ ਕਣਕ ਬਾਰੇ ਕਿੰਨੇ ਕਿੱਲੇ ਜਿਹੜੇ ਉਹ ਵੀ ਲਗਾਏ ਨੇ ਸਰ? ਮੈਨੇ ਪਿਛਲੇ ਸਾਲ 2 ਕਿੱਲੇ ਲਗਾਏ ਸੀ, ਇੱਕ ਕਿੱਲਾ ਇੱਥੇ ਲਾਇਆ ਸੀ ਤੇ 1 ਕਿੱਲਾ ਪਾਸੇ ਲਾਇਆ ਸੀ। ਐਰਕੀ ਮੈਨੇ ਆਪਣੇ ਜਿਹੜੇ ਮੇਰੇ ਕੋਈ ਸੱਜਣ ਆ ਜਿਹੜੇ ਏਕਮ ਕਿਸਾਨ ਨਾਲ ਜੁੜੇ ਆ, ਅਸੀਂ ਉਹਨਾਂ ਨੂੰ ਵੀ ਕਿੱਲੇ ਦਾ ਬੀਜ ਦਿੱਤਾ। ਐਰਕੀ ਅਸੀਂ 8 ਏਕੜ ਲਾਏ ਆ ਜੀ। ਠੀਕ ਹੈ ਜੀ। ਤਾਂ ਮੈਂ ਦੱਸ ਦੇਵਾਂ ਕਿ ਉਹਨਾਂ ਦੇ ਭਾਈਵਾਲ ਵੀ ਸਾਡੇ ਨਾਲ ਮੌਜੂਦ ਨੇ, ਸਰਦਾਰ ਦਲਜੀਤ ਸਿੰਘ ਜੀ USA ਤੋਂ ਆਏ ਨੇ, ਔਰ ਵੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨੀ ਨੂੰ ਉਭਾਰਨ ਦੇ ਲਈ ਜਿਹੜਾ ਇੱਕ ਦਿਲ ਤੋਂ ਸੋਚਦੇ ਨੇ। ਤੇ ਇੱਕ ਨੋਇਡਾ ਤੋਂ ਵੀ ਭਾਈ ਸਾਹਿਬ ਜੀ ਆਏ ਨੇ, ਇਹਨਾਂ ਦਾ ਨਾਮ ਵੀ ਜਾਣਾਂਗੇ ਜੀ ਸਰ। ਮੇਰਾ ਨਾਮ ਰਮਨਦੀਪ ਸਿੰਘ ਹੈ ਜੀ। ਹਾਂਜੀ। ਤੇ ਏਕਮ ਕਿਸਾਨ ਨੂੰ ਮਿਲ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਇਹਨਾਂ ਦੇ ਕੋਲ ਆ ਕੇ ਜੀ? ਮੈਂ ਥੋੜ੍ਹਾ ਜਿਹਾ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਾਂਗਾ। ਮੈਂ 25 ਸਾਲ ਤੋਂ IT ਇੰਡਸਟਰੀ ਵਿੱਚ ਹੈਗਾ ਵਾਂ। ਹਾਂਜੀ। ਤਾਂ ਮੇਰੇ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਔਰ ਕੁਝ ਵੱਖਰਾ ਕਰਨਾ ਮੇਰੇ ਵਿੱਚ ਆਲਰੇਡੀ ਦਿਲ ਵਿੱਚ ਬਹੁਤ ਅਭਿਲਾਸ਼ਾ ਸੀ। ਮੈਂ ਕੁਲਦੀਪ ਸਿੰਘ ਔਰ ਦਲਜੀਤ ਭਾਜੀ ਨੂੰ ਪਿਛਲੇ 15-20 ਸਾਲਾਂ ਤੋਂ ਅਸੀਂ ਜਾਣਦੇ ਹਾਂ, ਕਿਉਂਕਿ ਅਸੀਂ ਇਕੱਠੀ ਇੰਜੀਨੀਅਰਿੰਗ ਕੀਤੀ ਸੀ। ਉਸ ਦੌਰਾਨ ਜਦ ਪਿਛਲੇ 2 ਸਾਲ ਪਹਿਲੇ ਜਦ ਮੇਰੀ ਦਲਜੀਤ ਨਾਲ USA ਤੋਂ ਗੱਲ ਹੋ ਰਹੀ ਸੀ, ਤੇ ਇਹਨਾਂ ਨੇ ਕੁਝ ਦੱਸਿਆ ਕਿ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਹਾਂ ਕਿਸਾਨਾਂ ਬਾਰੇ। ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਜੁੜਨਾ ਚਾਹਾਂਗਾ, ਕਿਉਂਕਿ ਮੈਂ 50 ਸਾਲ ਤੇ ਆਪਣੀ ਜ਼ਿੰਦਗੀ ਦੇ ਆਪਣੇ ਵਾਸਤੇ ਜੀਆਂ, ਤੇ ਮੈਂ ਹੁਣ ਐਸਾ ਕੁਝ ਕਰਨਾ ਚਾਹੁੰਦਾ ਵਾਂ ਕਿ ਹੁਣ ਅਸੀਂ ਕੁਝ ਆਪਣੇ ਕਿਸਾਨ ਵੀਰਾਂ ਵਾਸਤੇ ਕੁਝ ਕਰੀਏ। ਤਾਂ ਇਹ ਸੋਚ ਨੂੰ ਲੈ ਕੇ ਮੈਂ ਆਪਣੀ ਜੋ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰ ਰਿਹਾ ਸੀ ਉਹ ਮੈਂ ਛੱਡ ਕੇ, ਤੇ ਹੁਣ ਮੈਂ ਇੱਕ ਕਿਸਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਵਾਂ ਕਿ ਆਪਣੇ ਮੈਂ ਬਾਕੀ ਕਿਸਾਨਾਂ ਵੀਰਾਂ ਨਾਲ ਜੁੜ ਕੇ ਮੈਂ ਉਹਨਾਂ ਦੇ ਇੱਕ ਚਿਹਰੇ 'ਤੇ ਆਪਾਂ ਖੁਸ਼ੀ ਲਿਆ ਸਕੀਏ ਇਸ ਆਪਣੀ ਸੰਸਥਾ ਦੇ ਥਰੂ। ਬਹੁਤ ਬਹੁਤ ਧੰਨਵਾਦ ਜੀ ਦਲਜੀਤ ਸਿੰਘ ਜੀ। ਹਾਂਜੀ, ਜੋ ਵੀ ਅੱਜ ਤੁਹਾਡੇ ਮਨ ਦੀਆਂ ਭਾਵਨਾਵਾਂ ਨੇ, ਜੋ ਵੀ ਤੁਸੀਂ ਔਨ ਦਾ ਕੈਮਰਾ ਔਨ ਹੈ, ਤੁਸੀਂ ਬੋਲ ਸਕਦੇ ਜੀ ਸਰ। ਹਾਂਜੀ, ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਅਸੀਂ ਸ਼ੁਰੂਆਤ ਇਹਦੀ ਕਿੱਥੋਂ ਦੀ ਹੋਈ। ਤੇ ਅਸੀਂ ਜਦੋਂ ਦਿੱਲੀ ਮੋਰਚੇ ਦੇ ਵਿੱਚ ਜਦੋਂ ਸਾਰਾ ਕੁਝ ਇਹਦੀ ਜਿਹੜੀ ਬੁਨਿਆਦ ਰੱਖੀ ਗਈ ਹੈ, ਉੱਥੋਂ ਦੀ ਸਾਨੂੰ ਪ੍ਰੇਰਣਾ ਮਿਲੀ। ਜਦੋਂ ਅਸੀਂ ਦੇਖਿਆ ਕਿ ਵੀ ਜਦੋਂ ਅਸੀਂ ਦਿੱਲੀ ਗਏ, ਸਾਡੇ ਨਾਲ ਕੀ ਭਾਣਾ ਵਰਤਦਾ ਸੀਗਾ, ਤੇ ਮੈਂ ਫੇਸਬੁੱਕ ਤੇ YouTube ਦੇ ਵਿੱਚ ਕੋਵਿਡ ਦਾ ਟਾਈਮ ਸੀਗਾ, ਤੇ ਉਹਨੂੰ ਅਸੀਂ ਕਾਫੀ ਫੋਲੋ ਕਰਦੇ ਸੀ। ਤੇ ਦੂਜਾ ਕੁਲਦੀਪ ਭਾਜੀ ਨਾਲ ਉੱਥੇ ਕਈ ਵਾਰੀ ਸੰਘਰਸ਼ ਕਮੇਟੀ ਤੇ ਦਿੱਲੀ ਗਏ, ਇਹ ਸਾਨੂੰ ਦੱਸਦੇ ਸੀ ਉੱਥੇ ਕੀ ਭਾਣਾ ਵਰਤ ਰਿਹਾ। ਤੇ ਇੱਕ ਮਨ ਦੇ ਵਿੱਚ ਇਹ ਸਵਾਲ ਆਇਆ ਕਿ ਵੀ ਸਾਨੂੰ ਇੱਥੇ ਰੋਣਾ ਤੇ ਕਿਉਂ ਸੌਣਾ ਪੈ ਰਿਹਾ, ਤੇ ਸਾਡੇ ਬਜ਼ੁਰਗਾਂ ਨੂੰ ਹਨੇਰੀ ਬਰਸਾਤ ਦੇ ਵਿੱਚ, ਠੰਡ ਦੇ ਵਿੱਚ ਕਿਉਂ ਇੱਥੇ ਰਹਿਣਾ ਪੈ ਰਿਹਾ। ਜਦੋਂ ਅਸੀਂ ਮੈਂ ਵੀ ਇੰਜੀਨੀਅਰ ਹਾਂ, ਜਿੱਦਾਂ ਰਮਨ ਭਾਜੀ ਨੇ ਦੱਸਿਆ, ਮੈਂ ਵੀ ਇੰਜੀਨੀਅਰ ਹਾਂ। USA 'ਚ ਮੈਂ 25 ਸਾਲ ਰਹਿ ਰਿਹਾ, ਮਾਸਟਰਸ ਕੀਤੀ ਆ। ਤੇ 25 ਸਾਲ ਤੋਂ ਪ੍ਰਮਾਤਮਾ ਨੇ ਇੱਧਰਲੇ ਪਾਸੇ ਲਾਇਆ ਕਿ ਵੀ ਅਸੀਂ IT ਦੇ ਸੋਲੂਸ਼ਨ ਕੱਢਦੇ ਸੀਗੇ ਕੰਪਨੀਆਂ, ਵੱਡੀਆਂ ਕੰਪਨੀਆਂ ਨੂੰ ਪਹਿਲਾਂ ਪ੍ਰੋਬਲਮ ਲੱਭਦੇ ਸੀਗੇ, ਉਹਦਾ ਸੋਲੂਸ਼ਨ ਕੱਢ ਕੇ ਉਹਨਾਂ ਨੂੰ ਸੋਲੂਸ਼ਨ ਦਿੰਦੇ ਸੀਗੇ। ਤੇ ਅਸੀਂ ਕਿਹਾ ਕਿ ਇਹਦਾ ਪਹਿਲਾਂ ਜੜ ਲੱਭੀਏ ਕਿ ਕਿਉਂ ਸਾਡੇ ਨਾਲ ਭਾਣਾ ਵਰਤ ਰਿਹਾ। ਅਸੀਂ ਤਾਂ ਰਾਜੇ ਹਾਂ, ਸਾਡੀ ਤਾਂ ਆਪ ਦੀਆਂ ਪੈੜੀਆਂ ਆ, ਤੇ ਅਸੀਂ ਕਿਉਂ ਸਾਨੂੰ ਲੋੜ ਪੈ ਰਹੀ ਹੈ ਰੋਡ 'ਤੇ ਆ ਕੇ ਸੌਣ ਦੀ। ਜਦੋਂ ਅਸੀਂ ਇਹਦਾ ਤੱਤ ਕੱਢਿਆ, ਇਹਦਾ ਪ੍ਰੋਬਲਮ ਦਾ ਰੂਟ ਕੱਢਿਆ ਸੀ, ਤੇ ਅਸੀਂ ਇਹ ਦੇਖਿਆ ਕਿ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਅਸੀਂ ਪ੍ਰੋਬਲਮ ਇਹ ਦੇਖਿਆ ਕਿ ਪੰਜਾਬ 'ਚ ਸਿਰਫ ਇੱਕ ਮੇਜਰ ਬਾਇਰ ਆ, ਜੋ ਕਿ ਗਵਰਨਮੈਂਟ ਆ। ਜੇ ਉਹ ਛਿੱਕ ਮਾਰਦੀ ਆ
ਤੇ ਸਾਨੂੰ ਉਹਦਾ ਇਲਾਜ ਕਰਨ ਨੂੰ ਦਿੱਲੀ ਜਾ ਕੇ ਰੋਣਾ ਤੇ ਸੌਣਾ ਪੈਂਦਾ ਹੈ ਤੇ 1 ਸਾਲ ਦੇ ਲਈ। ਤੇ ਅਸੀਂ ਇਹ ਦੇਖਿਆ ਕਿ ਜੇ ਅਸੀਂ ਖੁਦ ਦਾ ਵੀ ਆਹ ਸਿਸਟਮ ਸ਼ੁਰੂ ਕਰ ਲਈਏ, ਇੱਕ ਖੁਦ ਦੀ ਮਾਰਕੀਟ ਪਲੇਸ ਕ੍ਰੀਏਟ ਕਰ ਲਈਏ ਜਿਹਦੇ ਵਿੱਚ ਕਿਸਾਨ ਭਰਾ ਆ ਕੇ ਆਪਣਾ ਸਮਾਨ ਦੇ ਸਕਣ, ਤੇ ਅਸੀਂ ਆਹ ਏਕਮ ਕਿਸਾਨ ਦਾ ਉਪਰਾਲਾ ਉਹ ਹੀ ਆ ਕਿ ਵੀ ਇੱਕ ਨਵੀਂ ਮਾਰਕੀਟ ਪਲੇਸ ਕ੍ਰੀਏਟ ਕੀਤੀ ਜਾ ਰਹੀ ਆ। ਇਹਦੇ ਵਿੱਚ ਅਸੀਂ ਦੂਜੀ ਚੀਜ਼ ਇਹ ਕਰ ਰਹੇ ਹਾਂ ਕਿ ਕਿਸਾਨ ਭਰਾਵਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਕ੍ਰੌਪ ਡਾਇਵਰਸੀਫਾਈ ਕਰੋ, ਸਿਰਫ ਝੋਨੇ ਤੱਕ ਨਾ ਸੀਮਤ ਰਹੋ ਤੇ ਨਾਲੇ ਕਣਕ ਤੱਕ ਨਾ ਲਓ। ਜਦੋਂ ਅਸੀਂ ਇਹ ਤੋਂ ਦੇਖਿਆ ਕਿ ਵੀ ਕਿਉਂ ਸਾਡਾ ਕਿਸਾਨ ਭਰਾ ਆਪਣੀਆਂ ਭੈਣਾਂ ਕਿਸਾਨ ਭੈਣਾਂ ਜਿਹੜੀਆਂ ਝੋਨੇ ਤੇ ਕਣਕ ਤੱਕ ਕਿਉਂ ਰਹਿ ਰਹੀਆਂ, ਕਿਉਂਕਿ ਇਹਨਾਂ ਨੂੰ ਗਰੰਟੀ MSP ਮਿਲਦੀ ਆ, ਤਾਂ ਕਰਕੇ ਇਹਨਾਂ ਨੂੰ ਹੁੰਦਾ ਕਿ ਮਾਲ ਲਾਉਣ ਤੋਂ ਪਹਿਲਾਂ ਇਹਨਾਂ ਦਾ ਸਮਾਨ ਵਿਕ ਜਾਂਦਾ। ਇਹਨਾਂ ਨੂੰ ਪਤਾ ਕੀ ਰੇਟ ਤੇ ਸਾਨੂੰ ਸਮਾਨ ਮਿਲਣਾ ਤੇ ਕੀ ਰੇਟ ਤੇ ਸਾਨੂੰ MSP ਮਿਲ ਜਾਣੀ ਆ। ਦੂਜੇ ਪ੍ਰੋਡਕਟਾਂ ਤੇ MSP ਨਹੀਂ ਆ। ਤੇ ਅਸੀਂ ਇਹ ਦੇਖਿਆ ਕਿ ਤੁਸੀਂ ਜੇ ਕ੍ਰੌਪ ਡਾਇਵਰਸੀਫਾਈ ਕਰਦੇ ਆ, ਝੋਨੇ ਤੋਂ ਬਾਹਰ ਨਿਕਲਦੇ ਆ, ਅਸੀਂ ਤੁਹਾਨੂੰ ਜਿਹੜਾ ਸਾਡਾ ਪ੍ਰੋਜੈਕਸ਼ਨ ਹੈ, ਅਸੀਂ 5 ਸਾਲ ਦਾ ਪੂਰਾ ਪਲਾਨ ਬਣਾਇਆ ਕਿ ਸਾਨੂੰ ਕਿੰਨੀ ਤੇਲ ਚਾਹੀਦਾ, ਕਿੰਨੀ ਦਾਲ ਚਾਹੀਦੀ, ਕਿੰਨਾ ਆਟਾ ਚਾਹੀਦਾ, ਕਿੰਨੇ ਮਸਾਲੇ ਚਾਹੀਦੇ ਆ, ਤੇ ਉਹ ਚੀਜ਼ਾਂ ਜੇ ਤੁਸੀਂ ਸਾਡੇ ਕੋਲ ਅਸੀਂ ਜਿਹੜਾ ਹਿਸਾਬ ਨਾਲ ਤੁਹਾਨੂੰ ਦੱਸਦੇ ਆ ਤੁਸੀਂ ਲਾਓ, ਅਸੀਂ ਗਰੰਟੀ ਤੁਹਾਨੂੰ MSP ਦੇਵਾਂਗੇ। ਤੇ ਇਹ ਚੀਜ਼ ਨਾਲ ਅਸੀਂ ਗਰੰਟੀ MSP ਦੇ ਕੇ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਦਿਓ। ਦੂਜਾ ਜਿਹੜਾ ਆਹ ਸਮਾਨ ਅਸੀਂ ਲੈ ਕੇ ਅਲੱਗ-ਅਲੱਗ ਚੈਨਲ ਦੇ ਉੱਤੇ ਅਸੀਂ ਸਮਾਨ ਵੇਚਦੇ ਹਾਂ, ਤੁਹਾਨੂੰ ਮੈਂ ਉਹ ਸਾਰੇ ਚੈਨਲ ਦੱਸੂਗਾ ਕਿੱਦਾਂ ਅਸੀਂ ਸਮਾਨ ਵੇਚਦੇ ਹਾਂ। ਲੇਕਿਨ ਜਦੋਂ ਸਮਾਨ ਵੇਚਾਂਗੇ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਆ, ਤੇ ਜਦੋਂ ਵੇਚਣ ਦੇ ਬਾਅਦ ਸਮਾਨ ਵੇਚਣ ਦੇ ਬਾਅਦ ਪਹਿਲੇ ਸਾਲ ਅਸੀਂ ਇਹ ਗਰੰਟੀ ਕਰਦੇ ਕਿ 13% ਪ੍ਰੋਫਿਟ ਸ਼ੇਅਰਿੰਗ ਦੇ ਵਿੱਚੋਂ ਹਿੱਸਾ ਵਾਪਸ ਕਿਸਾਨ ਨੂੰ ਜਾਊਗਾ। ਤੇ ਇਦਾਂ ਅਸੀਂ ਕਿਸਾਨ ਦੀ ਇਨਕਮ ਵਧਾਉਣ ਦਾ ਸ਼ੁਰੂ ਕਰ ਰਹੇ ਹਾਂ। ਤੇ ਜਦੋਂ ਆਹ ਸਾਰੀ ਚੀਜ਼ ਅਸੀਂ ਦੇਖਿਆ ਕਿ ਵੀ ਕੰਪਨੀ ਤਾਂ ਬਣਾ ਲਈ, ਅਸੀਂ ਸਾਰਾ ਕੁਝ ਕਰ ਲਿਆ, ਤੇ ਹੁਣ ਜਿੱਦਾਂ ਇਹਦਾ ਨਾਮ ਕੀ ਰੱਖਿਆ ਜਾਵੇ, ਤੇ ਨਾਮ ਤੋਂ ਸਾਨੂੰ ਫਿਰ ਅਸੀਂ ਦਿੱਲੀ ਜਦੋਂ ਦੇਖਿਆ ਕਿ ਦਿੱਲੀ ਮੋਰਚੇ ਤੇ ਸਾਨੂੰ ਕੀ ਮਿਲਿਆ, ਅਸੀਂ ਦੇਖਿਆ ਕਿ ਏਕਤਾ ਸੀਗੀ ਉੱਥੇ, ਸੋਚ ਇੱਕ ਹੋ ਗਈ ਸੀਗੀ। ਤੇ ਫਿਰ ਅਸੀਂ ਗੁਰਬਾਣੀ ਨੂੰ ਦੇਖਿਆ, ਜਦੋਂ ਪਹਿਲਾ ਅੱਖਰ ਆਪਣੀ ਗੁਰਬਾਣੀ ਦਾ ਇੱਕ, ਅਸੀਂ ਕਿਹਾ ਜੇ ਇੱਕ ਹੋ ਗਏ ਅਸੀਂ ਤੇ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਹਾਂ। ਤਾਂ ਕਰਕੇ ਕੰਪਨੀ ਦਾ ਨਾਮ ਵੀ ਏਕਮ ਰੱਖਿਆ ਗਿਆ ਕਿ ਇੱਕ ਹੋ ਜਾਈਏ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਲਈਏ। ਹੁਣ ਇਹ ਹੈ ਕਿ ਵੀ ਸਮਾਨ ਤਾਂ ਅਸੀਂ ਲੈ ਲਿਆ, ਹੁਣ ਵੇਚਾਂਗੇ ਕਿੱਥੇ ਇਹਨੂੰ, ਕਿ ਇਹਦੇ ਕਰਕੇ ਅਸੀਂ ਦੇਖਿਆ ਕਿ ਵੀ ਹੁਣ ਆਪਾਂ ਖੁਦ ਦੇ ਚੈਨਲ ਕ੍ਰੀਏਟ ਕਰੀਏ, ਕਿੱਦਾਂ ਕਰਾਂਗੇ। ਤੇ ਅਸੀਂ ਆਪਣੀਆਂ ਖੁਦ ਦੀਆਂ ਦੁਕਾਨਾਂ ਪਾ ਰਹੇ ਹਾਂ, ਜਿਹਦੇ ਵਿੱਚ ਅਸੀਂ ਬੰਬੇ ਵੀ ਦੁਕਾਨ ਪਾਤੀ, ਇੱਥੇ ਤਰਨਤਾਰਨ ਪਿੰਡ ਘੁਆੜਕਾ ਦੇ ਵਿੱਚ ਵੀ ਸਾਡੀ ਰਿਟੇਲ ਸਟੋਰ ਆ। ਸਾਡਾ ਇਰਾਦਾ ਕਿ ਪਹਿਲੇ ਸਾਲ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਦੁਕਾਨ ਪਾ ਦਈਏ, ਫਿਰ ਉਹਦੇ ਬਾਅਦ ਅਗਲੇ ਸਾਲ ਅਸੀਂ ਤਹਿਸੀਲਾਂ 'ਚ ਜਾਈਏ, ਪਿੰਡਾਂ 'ਚ ਜਾਈਏ, ਤੇ ਆਪਣਾ ਖੁਦ ਦਾ ਇੱਕ ਬ੍ਰਾਂਡ ਲੈ ਕੇ ਅਸੀਂ ਸਾਰਾ ਕੁਝ ਅੱਗੇ ਵਧੀਏ। ਫਿਰ ਸਾਡੀ ਜਿੰਨੀ ਲੋੜ ਆ ਉਸ ਹਿਸਾਬ ਨਾਲ ਅਸੀਂ ਕਿਸਾਨ ਭਰਾਵਾਂ ਨੂੰ ਦੱਸਾਂਗੇ ਕਿ ਇੰਨੀ ਸਾਡੀ ਦਾਲਾਂ ਦੀ ਲੋੜ ਆ, ਆਹ ਦਾਲ ਲਾਓ, ਇੰਨੀ ਸਾਡੇ ਮਸਾਲਿਆਂ ਦੀ ਲੋੜ ਆ, ਆਹ ਮਸਾਲੇ ਲਾਓ, ਔਰ ਗਰੰਟੀ ਅਸੀਂ MSP ਦੇਵਾਂਗੇ, ਕ੍ਰੌਪ ਡਾਇਵਰਸੀਫਾਈ ਕਰ ਦਾਂਗੇ। ਦੂਜਾ ਅਸੀਂ ਵੇਚਦੇ ਹਾਂ ਔਨਲਾਈਨ ਤੋਂ। ਅੱਜ ਸਾਡਾ ਸਟੋਰ ਹੈਗਾ ਤਰਨਤਾਰਨ ਦੇ ਵਿੱਚ, ਅਸੀਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਇੱਥੇ ਅਸੀਂ ਆਲਰੇਡੀ ਔਨਲਾਈਨ ਤੋਂ ਵੇਚਦੇ ਹਾਂ। ਸੇਮ ਚੀਜ਼ ਅਸੀਂ ਬੰਬੇ ਕਰਤੀ ਆ, ਨਿਊ ਬੰਬੇ ਅਸੀਂ ਵੇਚਦੇ ਹਾਂ, ਸਾਡੀ ਦੁਕਾਨ ਹੈਗੀ ਆ ਉਹ ਨਿਊ ਬੰਬੇ 'ਚ ਹੀ, ਅਸੀਂ ਨਿਊ ਬੰਬੇ ਸਾਰੀ ਡਿਲੀਵਰੀ ਕਰਦੇ ਹਾਂ। ਤੀਜਾ ਮਾਡਲ ਅਸੀਂ ਦੇਖਿਆ ਕਿ ਵੀ ਜਿੱਦਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਇੱਕ ਪਰੰਪਰਾ ਸ਼ੁਰੂ ਕੀਤੀ ਸੀ ਲੰਗਰ ਦੀ, ਤੇ ਸਾਡੇ ਤਾਂ ਸਾਰੀ ਦੁਨੀਆ ਦੇ ਵਿੱਚ ਲੰਗਰ ਲੱਗੇ। ਕੋਵਿਡ ਦੇ ਟਾਈਮ ਲੋਕੀ ਘਰ ਬਹਿੰਦੇ ਸੀਗੇ, ਤੇ ਸਾਡੇ ਤਾਂ ਜਿਹੜੇ ਭਰਾ ਭੈਣ ਆ ਉਹ ਲੋਕਾਂ ਨੂੰ ਲੰਗਰ ਰੋੜਾਂ 'ਤੇ ਖਿਲਾਉਂਦੇ ਸੀਗੇ। ਹੁਣ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਜਿੰਨੀ ਸਾਨੂੰ ਸਮਝ ਆ, ਨੌਲੇਜ ਆ, ਤੇ ਉਹਦੇ ਹਿਸਾਬ ਨਾਲ ਸਾਡੇ ਨਾਲ ਅਸੀਂ ਇੱਕ ਨਵੀਂ ਚੀਜ਼ ਜਿਹੜੀ ਸ਼ੁਰੂ ਕੀਤੀ, ਜਿਹੜਾ ਸਾਨੂੰ ਦਾਦਰ ਸਿੰਘ ਸਭਾ ਗੁਰਦੁਆਰਾ ਉੱਥੇ ਦੀ ਕਮੇਟੀ ਜਿਹੜੇ ਮੈਂਬਰ ਆ, ਜਿਹੜੇ ਮਨਮੋਹਨ ਸਿੰਘ ਜੀ ਆ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਇਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ। ਤੇ ਪਹਿਲੀ ਵਾਰੀ ਮੈਨੂੰ ਲੱਗਦਾ ਜਿੰਨੀ ਸਾਡੀ ਸੋਚ ਹੈ, ਪਹਿਲੀ ਵਾਰੀ ਸਾਡੇ ਇਤਿਹਾਸ 'ਚ ਇਹ ਹੋਇਆ ਕਿ ਜਦੋਂ ਨਵੰਬਰ 8 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਹਾੜਾ ਬੰਬੇ ਦੇ ਵਿੱਚ ਮਨਾਇਆ ਗਿਆ, 25,000 ਬੰਦਾ ਉੱਥੇ ਇਕੱਠਾ ਹੋਇਆ ਸੀਗਾ, ਤੇ ਉਹਦਾ ਸਾਰਾ ਦਾ ਸਾਰਾ ਲੰਗਰ ਦਾ ਸਮਾਨ ਏਕਮ ਕਿਸਾਨ ਤੋਂ ਲਿਆ ਗਿਆ। ਤੇ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ ਜੇ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦਾ ਸਮਾਨ ਆਪ ਵਰਤਿਆ ਜਾਵੇ, ਤੇ ਸਾਨੂੰ ਹੋਰ ਕਿਤੇ ਜਾ ਕੇ ਵੇਚਣ ਦੀ ਲੋੜ ਨਹੀਂ। ਕਈ ਕਿਸਾਨ ਭਰਾ ਮੈਨੂੰ ਆ ਕੇ ਕਹਿੰਦੇ ਕਿ ਅਸੀਂ ਲਾ ਤਾਂ ਦੇਵਾਂਗੇ, ਕ੍ਰੌਪ ਡਾਇਵਰਸੀਫਾਈ ਵੀ ਕਰ ਦੇਵਾਂਗੇ, ਦੂਜੀ ਫਸਲ ਵੀ ਲਾ ਦੇਵਾਂਗੇ, ਵੇਚਾਂਗੇ ਕਿੱਥੇ, ਸਾਨੂੰ ਮਾਰਕੀਟਿੰਗ ਕਰਨੀ ਨਹੀਂ ਆਉਂਦੀ। ਮੈਂ ਤਾਂ ਕਹਿੰਦਾ ਸਾਨੂੰ ਮਾਰਕੀਟਿੰਗ ਕਰਨ ਦੀ ਲੋੜ ਹੀ ਨਹੀਂ, ਬਾਬੇ ਨਾਨਕ ਨੇ ਪਹਿਲਾਂ ਹੀ ਸਾਡੇ ਲਈ ਮਾਰਕੀਟਿੰਗ ਦਾ ਚੈਨਲ ਵਿਛਾਤਾ, ਸਾਨੂੰ ਸਿਰਫ ਉਹਨੂੰ ਯੂਜ਼ ਕਰਨਾ ਆਉਣਾ ਚਾਹੀਦਾ। ਤੇ ਉਹ ਜੇ ਅਸੀਂ ਕਰ ਲਿਆ, ਜਿਹੜਾ ਤੀਜਾ ਚੈਨਲ ਮੈਂ ਤੁਹਾਨੂੰ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਆਪਣਾ ਸਮਾਨ ਆਪ ਵਰਤਣ ਲੱਗ ਪਏ। ਇੱਕ ਮੇਰੀ ਹੋਰ ਬੇਨਤੀ ਸਾਰੇ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ, ਜਿਹੜਾ ਕਿ ਦੁਨੀਆ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਪਹਿਲੀ ਵਾਰੀ ਇਹ ਚੀਜ਼ ਹੋਈ ਆ, ਦੁਨੀਆ ਦਾ ਲਾਰਜੈਸਟ ਇੱਕ ਸੰਘਰਸ਼, ਪੀਸਫੁਲ ਸੰਘਰਸ਼, ਹਰ ਦੁਨੀਆ ਦੇ ਕੋਨੇ ਦੇ ਵਿੱਚ ਕਿੰਨੀਆਂ ਕੰਟਰੀਆਂ ਦੇ ਵਿੱਚ ਇਹ ਸਾਰੀ ਚੀਜ਼ ਹੋਈ ਆ। ਤੇ ਉਦੋਂ ਅਸੀਂ ਇੱਕ ਚੀਜ਼ ਹੋਰ ਕਰ ਲੈਂਦੇ, ਜਦੋਂ ਆਪਾਂ ਉੱਥੋਂ ਉੱਠੇ ਕਿ ਵੀ ਅੱਜ ਤੋਂ ਸਾਡੇ ਘਰ ਦੇ ਵਿੱਚ ਜਿਹੜਾ ਸਮਾਨ ਆਊਗਾ
ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਵੀ ਸਾਡੇ ਕਿਸਾਨ ਭਰਾਵਾਂ ਦਾ ਆਵੇ, ਚਾਹੇ ਤੁਸੀਂ ਅਮਰੀਕਾ ਬੈਠੇ ਹੋ, ਕੈਨੇਡਾ ਬੈਠੇ, UK ਬੈਠੇ, ਇਟਲੀ ਬੈਠੇ, ਕਿਤੇ ਵੀ ਬੈਠੇ ਹੋ, ਤੁਸੀਂ ਲੋਕਲ ਫਾਰਮਰ ਨੂੰ ਸਪੋਰਟ ਕਰੋ। ਤੇ ਜੇ ਉੱਥੇ ਅਸੀਂ ਅੱਜ ਤੋਂ ਉਹ ਕਰ ਲੈਂਦੇ ਕਿ ਅੱਜ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਪਣਾ ਇੱਕ ਪਾਸੇ ਤਾਂ ਆਪਾਂ ਕਹੀ ਜਾਂਦੇ ਹਾਂ ਕਿ ਵੀ ਸਾਨੂੰ MSP ਦੇ ਦਿਓ, ਸਾਰਾ ਕੁਝ ਦੇ ਦਿਓ, ਦੂਜੇ ਪਾਸੇ ਸਾਡੇ ਸਮਾਨ ਘਰ ਦੇ ਵਿੱਚ ਕਿਹੜਾ ਸਮਾਨ ਵਰਤਿਆ ਜਾ ਰਿਹਾ, ਤੇ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਇੱਕ ਦੂਜੇ ਨੂੰ ਆਹ ਦੇਖੀਏ ਵੀ ਅਸੀਂ ਸਮਾਨ ਲੈਣਾ ਤਾਂ ਸਿਰਫ ਕਿਸਾਨ ਭਰਾ ਤੋਂ ਲਈਏ, ਉਹਦਾ ਹੀ ਪ੍ਰੋਡਕਟ ਲਈਏ। ਅਸੀਂ ਨਹੀਂ ਕਹਿੰਦੇ ਕਿ ਸਿਰਫ ਏਕਮ ਦਾ ਲਓ, ਅਸੀਂ ਤਾਂ ਕਹਿ ਰਹੇ ਹਾਂ ਆਹ ਅਸੀਂ ਪਿੰਡ 'ਚ ਕਿਉਂ ਲਾਇਆ, ਤੁਹਾਡਾ ਸਵਾਲ ਸੀ ਕਿ ਪਿੰਡ 'ਚ ਕਿਉਂ ਲਾਇਆ ਅਸੀਂ ਇਹ ਇਸ ਕਰਕੇ ਅਸੀਂ ਲਾਇਆ ਕਿ ਅਸੀਂ ਇਹ ਦੱਸ ਰਹੇ ਕਿ ਲਾਰਜ ਸਕੇਲ ਇੰਡਸਟਰੀ ਨੂੰ ਸਮਾਲ ਸਕੇਲ ਇੰਡਸਟਰੀ ਬਣਾ ਕੇ ਇੱਕ ਖੇਤ ਦੇ ਵਿੱਚ ਮਸ਼ੀਨ ਲਾਤੀ ਆ, ਤੇ ਇਹ ਕੋਈ ਵੀ ਕਿਸਾਨ ਭਰਾ ਸਾਡੇ ਕੋਲ ਆਵੇ, ਸਾਨੂੰ ਪੁੱਛੇ ਕਿ ਕਿੱਥੋਂ ਮਸ਼ੀਨ ਲਈ ਆ, ਕੀ ਲਈ ਆ, ਸਾਡਾ ਇੱਥੇ ਸੈਂਟਰ ਬਣਿਆ, ਅਸੀਂ ਉਹਨਾਂ ਨੂੰ ਦੱਸਾਂਗੇ ਜੋ ਅਸੀਂ ਸਿੱਖੇ ਆ ਉਹਨਾਂ ਨੂੰ ਸਿਖਾਵਾਂਗੇ, ਤੇ ਉਹਨਾਂ ਨੂੰ ਦੱਸਾਂਗੇ ਮਸ਼ੀਨ ਕਿੱਥੋਂ ਲੈਣੀ ਹੈ, ਪ੍ਰੋਸੈਸਿੰਗ ਕਿੱਦਾਂ ਕਰਨੀ ਹੈ, ਥੈਲੀ 'ਚ ਕਿੱਦਾਂ ਪਾਉਣਾ ਤੇ ਵੇਚਣਾ ਕਿੱਦਾਂ, ਅਸੀਂ ਪੂਰੀ ਟ੍ਰੇਨਿੰਗ ਦੇਵਾਂਗੇ। ਕਿਉਂਕਿ ਅਸੀਂ ਇਹ ਚਾਹੁੰਦੇ ਕਿ ਕਿਸਾਨ ਭਰਾ ਮੰਡੀ ਤੋਂ ਬਾਹਰ ਸੋਚਣ ਤੇ ਮੰਡੀ ਤੋਂ ਅੱਗੇ ਸੋਚਣ ਤੇ ਆਪਣੀਆਂ ਥੈਲੀਆਂ ਦੇ ਵਿੱਚ ਪਾ ਕੇ ਜਾਂ ਏਕਮ ਕਿਸਾਨ ਦੀ ਥੈਲੀ 'ਚ ਸਾਨੂੰ ਪਾ ਕੇ ਦੇਣ, ਅਸੀਂ ਉਸ ਚੀਜ਼ ਨੂੰ ਵੇਖ, ਤਾਂ ਕਰਕੇ ਇਹ ਪਿੰਡ ਦੇ ਵਿੱਚ ਇਹ ਪਲਾਂਟ ਲਾਇਆ ਗਿਆ ਜੀ। ਠੀਕ ਹੈ ਜੀ। ਔਰ ਇਸ ਦੇ ਨਾਲ ਹੋਵੇਗਾ ਕੀ ਕਿ ਤੁਸੀਂ ਪਾਣੀ ਵੀ ਬਚਾ ਸਕਦੇ ਹੋ ਔਰ ਰਵਾਇਤੀ ਫਸਲਾਂ ਨੂੰ ਛੱਡ ਕੇ ਜਿਹੜਾ ਇਸ ਪਾਸੇ ਆ ਕੇ ਹੋਰ ਪੈਸੇ ਜਿਹੜੇ ਆ ਉਹ ਕਮਾ ਸਕਦੇ। ਤਾਂ ਬਹੁਤ ਵਧੀਆ ਜਾਣਕਾਰੀ ਭਾਜੀ ਤੁਸੀਂ ਦਿੱਤੀ। ਔਰ ਕੁਲਦੀਪ ਭਾਜੀ, ਐਂਡ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਹੋਰ ਕਿਸਾਨ ਭਰਾ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ? ਅਸੀਂ ਤੇ ਇਹੀ ਸਰ ਹਰ ਕਿਸਾਨ ਨੂੰ ਮੈਸੇਜ ਦੇਣਾ ਚਾਹਾਂਗੇ ਕਿ ਹਰ ਕਿਸਾਨ, ਮੈਂ ਨਹੀਂ ਚਾਹੁੰਦਾ ਕਿ ਏਕਮ ਕਿਸਾਨ ਕੋ ਸਮਾਨ ਲਓ, ਮੈਂ ਮਗਰ ਇੱਕ ਬੇਨਤੀ ਕਰੂੰਗਾ ਹਰ ਕਿਸਾਨ ਨੂੰ ਕਿ ਆਪਣੀ ਪੈਲੀ ਦੇ ਵਿੱਚ ਦਸਵੰਧ ਮਤਲਬ ਕਿ ਕੱਢਣ, ਖੇਤੀ ਦਾ ਦਸਵੰਧ ਕੱਢਣ, ਮਤਲਬ ਕਿ ਆਪਦੀਆਂ ਦਾਲਾਂ, ਆਪਦੀਆਂ ਜੋ ਵੀ ਜਿਹੜੀ ਚੀਜ਼ ਵੱਖਰੀ ਜਿਹੜੀ ਮਾਰਕੀਟ 'ਚੋਂ ਖਰੀਦਣੀ ਖੁਦ ਬੀਜ ਕੇ ਆਪ ਖਾ ਲੈਣ, ਮਤਲਬ ਕਿ ਅਸੀਂ ਇੱਕ ਵੱਖਰੇ ਬੰਨੇ ਤੁਰੀਏ। ਇਹ ਨਹੀਂ ਮੈਂ ਕਹਿਣਾ ਕਿ ਏਕਮ ਕਿਸਾਨ ਕੋ ਆਗੇ ਲਾਓ, ਤੁਸੀਂ ਆਪਣਾ ਐਕਸਪੈਰੀਮੈਂਟ ਕਰ ਲਓ, ਆਪਣੀਆਂ ਦਾਲਾਂ, ਆਪਣੇ ਮਸਾਲੇ ਤਿਆਰ ਕਰ ਲਓ। ਹਰ ਕਿਸਾਨ ਨੂੰ ਇੱਕ ਬੇਨਤੀ ਆ ਕਿ ਆਪਣੀ ਜ਼ਮੀਨ ਦੇ ਵਿੱਚ ਜਿਹਦੇ ਕੋਲ ਜਿਸ ਤਰ੍ਹਾਂ ਜ਼ਮੀਨ ਆ, ਆਪਣਾ ਦਸਵੰਧ ਜ਼ਮੀਨ 'ਚੋਂ 10% ਜ਼ਮੀਨ ਰੱਖ ਕੇ ਉਹਦੇ 'ਚ ਦਾਲਾਂ ਬੀਜ ਲਏ, ਮਸਾਲੇ ਬੀਜ ਲਏ, ਹਲਦੀ ਬੀਜ ਲਏ, ਆਪਣੇ ਵਾਸਤੇ ਬੀਜ ਲਏ। ਠੀਕ ਹੈ ਜੀ। ਸਾਡੇ ਨਾਲ ਗੱਲਬਾਤ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਵੀਰ ਜੀ। ਹਾਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਏਕਮ ਕਿਸਾਨ ਉਹਨਾਂ ਦੇ ਵੱਲੋਂ ਜਿਹੜੀ ਹੈ ਗੱਲਬਾਤ ਕੀਤੀ ਗਈ ਤਾਂ ਕਿਸਾਨ ਭਰਾਵਾਂ ਦੇ ਲਈ ਬੜੀ ਵਧੀਆ ਜਾਣਕਾਰੀ ਦਿੱਤੀ ਗਈ। ਆਸ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਲਾਈਕ, ਸ਼ੇਅਰ, ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਇਹਨਾਂ ਕਿਸਾਨ ਵੀਰਾਂ ਦਾ ਉਪਰਾਲਾ ਜਿਹੜਾ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਲੱਗਿਆ ਤੇ ਹੋਰ ਕਿਸਾਨਾਂ ਨੂੰ ਕਿੰਨਾ ਕੁ ਜਿਹੜਾ ਹੈ ਉਹ ਨਾਲ ਜੁੜਨਾ ਚਾਹੀਦਾ। ਤਾਂ ਬਣੇ ਰਹੋ ਸਾਡੇ ਨਾਲ। ਕੈਮਰਾਮੈਨ ਸ਼ੀਸ਼ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ।